ਪ੍ਰਿੰਸੀਪਲ ਨਿਰੰਜਨ ਸਿੰਘ ਦੀ ਪੁਸਤਕ ਪ੍ਰੇਮ ਕਣੀ ਦਾ ਚੌਥਾ ਅੰਗ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਹੀਰ ਤਾਂ ਪ੍ਰਸ਼ਾਦ ਛਕਾ ਕੇ ਚਲੀ ਗਈ, ਪਰ ਕੰਬਲੀ ਵਾਲੇ ਮਹਾਤਮਾ ਦੇ ਅੰਦਰ ਮਾਨੋ ਕੋਈ ਅੱਗ ਦਾ ਭਾਂਬੜ ਬਾਲ ਗਈ। ਮਹਾਤਮਾ 10 ਸਾਲ ਦਾ ਇੱਕ ਤਪਸਵੀ ਸੀ ਤੇ ਨਿਰਯਤਨ ਦੀ ਹੀ ਸਮਾਧੀ ਸਥਿਤ ਹੋ ਜਾਂਦਾ ਸੀ। ਅੱਜ ਉਹ ਯਤਨ ਕਰੇ ਤੇ ਬਾਬਾ ਪਰਮਹੰਸ ਦੀ ਮੂਰਤੀ ਅੱਖਾਂ ਅੱਗੇ ਲਿਆਵੇ ਤਾਂ ਕੀ ਵੇਖੇ ਕਿ ਉਹ ਹੀਰ ਦੀ ਮੂਰਤ ਵਿੱਚ ਤਬਦੀਲ ਹੋ ਜਾਂਦੀ ਹੈ। ਮਹਾਤਮਾ ਨੇ ਬੜੇ ਯਤਨ ਕੀਤੇ, ਪਰ ਹੀਰ ਦਾ ਖਿਆਲ ਦਿਲ 'ਚੋਂ ਅਰ ਨਕਸ਼ਾ ਅੱਖਾਂ ਅੱਗੋਂ ਨਾ ਜਾਏ। ਮਹਾਤਮਾ ਨੇ ਬੜੇ ਯਤਨ ਕਰੇ, ਪਰ ਹੀਰ ਦਾ ਖਿਆਲ ਦਿਲ ਵਿੱਚੋਂ ਤੇ ਨਕਸ਼ਾ ਅੱਖਾਂ ਅੱਗੋਂ ਨਾ ਜਾਏ। ਅਖੀਰ ਅੱਕ ਕੇ ਜੰਗਲ ਵੱਲ ਭੱਜ ਗਿਆ। ਕੁਟੀਆ ਤੋਂ ਭੱਜਣਾ ਤਾਂ ਸੌਖਾ ਸੀ, ਪਰ ਮਨ ਤੋਂ ਕਿੱਥੋਂ ਭੱਜਿਆ ਜਾਏ। ਉਹਨੂੰ ਇਉਂ ਜਾਪੇ ਜਿਸ ਤਰ੍ਹਾਂ ਅੱਗੇ ਪਿੱਛੇ ਸੱਜੇ ਖੱਬੇ ਹੀਰ ਹੀ ਪਸਰ ਰਹੀ ਹੈ। ਅਖੀਰ ਫਿਰ ਫਰਾ ਕੇ ਥੱਕ ਟੁੱਟ ਕੇ ਕੁਟੀਆ 'ਚ ਵਾਪਸ ਆ ਗਿਆ। ਸੌਣ ਦਾ ਯਤਨ ਕੀਤਾ, ਪਰ ਨੀਂਦ ਨਾ ਆਵੇ। ਸਮਾਧੀ ਲਾਉਣ ਦੀ ਕੋਸ਼ਿਸ਼ ਕੀਤੀ, ਧਿਆਨ ਧਰੇ ਬਾਬਾ ਪਰਮਹੰਸ ਦਾ, ਪਰ ਉਹ ਅਵਸ਼ ਹੀ ਹੀਰ ਦੀ ਮੂਰਤ ਵਿੱਚ ਤਬਦੀਲ ਹੋ ਜਾਏ। ਅੱਕ ਕੇ ਥੱਕ ਕੇ ਕੰਬਲੀ ਵਾਲਾ ਆਪਣੇ ਮਨ ਨੂੰ ਕਹਿਣ ਲੱਗਾ, ਹੇ ਕਾਮੀ ਮਨ, ਤੂੰ ਇੱਕ ਔਰਤ ਦੇ ਹੁਸਨ 'ਚ ਐਸਾ ਫਸ ਗਿਆ ਹੈ। ਹੇ ਪਰਮਾਤਮਾ, ਹੇ ਬਾਬਾ ਪਰਮਹੰਸ, ਬੋੜ ਆਓ, ਮੇਰੇ 'ਤੇ ਕਿਰਪਾ ਕਰੋ ਅਤੇ ਮੇਰੇ ਮਨ ਵਿੱਚੋਂ ਕਾਮ ਵਾਸ਼ਨਾ ਕੱਢ ਦਿਓ। ਹੇ ਪ੍ਰਭੂ, ਮੈਂ 10 ਸਾਲ ਭਾਠੀ ਝੋਕਦਾ ਰਿਹਾ ਹਾਂ। ਫਿਰ ਆਪਣੇ ਮਨ ਵਿੱਚ ਕੁਝ ਦੁਬਿਧਾ ਜਿਹੀ ਸ਼ੁਰੂ ਹੋ ਗਈ। ਪਹਿਲਾ ਮਨ, ਇਹ ਕੋਈ ਜ਼ਰੂਰੀ ਤਾਂ ਨਹੀਂ ਕਿ ਕਾਮ ਵਾਸ਼ਨਾ ਹੀ ਹੋਵੇ। ਹੋ ਸਕਦਾ ਹੈ ਬੀਬੀ ਮੇਰੇ ਵਿੱਚੋਂ ਕੋਈ ਅਧੂਰਾਪਣ ਦੂਰ ਕਰਨ ਆਈ ਹੋਵੇ। ਦੂਜਾ ਮਨ, ਆਪਣੇ ਆਪ ਨੂੰ ਧੋਖਾ ਨਾ ਦੇ। ਇੱਕ ਸੁਸ਼ੀਲ ਯੁਵਾ ਅਵਸਥਾ ਦੀ ਔਰਤ ਦੀਆਂ ਅੱਖੀਆਂ 'ਤੇ ਮਸਤ ਹੋ ਜਾਣਾ ਔਰ ਫਿਰ ਆਪਣੇ ਆਪ ਨੂੰ ਧੋਖਾ ਦੇਣ ਲਈ ਕੁਝ ਗੱਲਾਂ ਘੜਨੀਆਂ, ਇਹ ਠੀਕ ਨਹੀਂ। ਲੋਕੀ ਸੱਚ ਕਹਿੰਦੇ ਹੈ, ਰਾਮ ਕਰੇ ਕਹੀਂ ਨੈਣਾ ਨਾ ਉਲਝੇ। ਅਤੇ ਪਹਿਲਾ ਮਨ, ਨਹੀਂ, ਮੇਰੇ ਪਰਮ ਪੂਜਨੀਕ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਇਨਸਾਨ ਦੀ ਪੂਰਤੀ ਲਈ ਸਿਮਰਨ ਅਤੇ ਸੇਵਾ ਦੋਵੇਂ ਅਤ ਜ਼ਰੂਰੀ ਹਨ। ਸਿਮਰਨ ਤੋਂ ਬਿਨਾਂ ਸੇਵਾ ਨਿਸਫਲ ਹੈ, ਕਿਉਂਕਿ ਅਹੰਕਾਰ ਨੂੰ ਵਧਾਉਂਦੀ ਹੈ, ਅਤੇ ਸੇਵਾ ਤੋਂ ਬਿਨਾਂ ਸਿਮਰਨ ਵੀ ਵੱਧ ਤੋਂ ਵੱਧ ਇੱਕ ਮਨ ਪਰਚਾਵਾ ਹੀ ਹੈ। ਹੋ ਸਕਦਾ ਹੈ ਬਾਬਾ ਪਰਮਹੰਸ ਨੇ ਤਾਂ ਮੈਨੂੰ ਸਿਮਰਨ ਸਿਖਾਇਆ ਹੋਵੇ ਅਤੇ ਬੀਬੀ ਪਰਮਾਤਮਾ ਨੇ ਮੈਨੂੰ ਸੇਵਾ ਸਿਖਾਉਣ ਲਈ ਘੱਲੀ ਹੋਵੇ। ਦੂਜਾ ਮਨ, ਚੁੱਪ ਕਰ ਕਪਟੀ ਮਨ, ਕਾਮ ਚੇਸ਼ਟਾ ਦਾ ਸ਼ਿਕਾਰ ਹੋ ਕੇ ਉਹਨੂੰ ਕੁਝ ਦੀ ਕੁਝ ਰੰਗਤ ਦੇ ਰਿਹਾ। ਸੇਵਾ ਸਿਖਾਉਣ ਲਈ ਇੱਕ ਸੁੰਦਰੀ ਜ਼ਰੂਰ ਆਉਣੀ ਸੀ। ਪਹਿਲਾ ਮਨ, ਹੇ ਪ੍ਰਭੂ ਬਖਸ਼, ਇਸ ਦੁਵਿਧਾ ਨੂੰ ਦੂਰ ਕਰ। ਆਪਣੀ ਮਿਹਰ ਦਾ ਚਾਨਣਾ ਮੇਰੇ ਮਨ 'ਤੇ ਪਾ ਅਤੇ ਮੈਨੂੰ ਦੱਸ ਕਿਹੜਾ ਰਸਤਾ ਠੀਕ ਹੈ ਅਤੇ ਕਿਹੜਾ ਗਲਤ। ਹੇ ਪਰਮਾਤਮਾ, ਸ਼ਾਇਦ ਮੇਰਾ ਹੰਕਾਰ ਟੁੱਟ ਰਿਹਾ ਹੈ। 10 ਸਾਲ ਦੀ ਤਪੱਸਿਆ ਕਰਕੇ ਮੈਂ ਤਾਂ ਇਉਂ ਸਮਝਦਾ ਸੀ ਜਿਸ ਤਰ੍ਹਾਂ ਮੈਂ ਰੱਬ ਹੀ ਬਣ ਗਿਆ। ਦੂਜਾ ਮਨ, ਪਰ ਇੱਕ ਕਾਮ ਦਾ ਝੋਲਾ ਆਇਆ ਅਤੇ ਧਰੇਕ ਦੀ ਟਾਹਣੀ ਵਾਂਗ ਦੂਰੇ ਹੋ ਗਏ। ਰਸਤਾ ਤਾਂ ਸਾਫ਼ ਹੈ, ਮਨ ਨੂੰ ਕਾਮ ਤੋਂ ਰੋਕੋ ਅਤੇ ਪ੍ਰਭੂ ਚਰਨਾਂ 'ਚ ਸਥਿਤ ਕਰੋ। ਪਹਿਲਾ ਮਨ, ਹੇ ਪ੍ਰਭੂ, ਗੁਰੂ ਜੀ ਸੱਚ ਫਰਮਾਉਂਦੇ ਹਨ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾ ਸਿਓ ਸੰਗ ਨ ਛੁਟਕਿਓ, ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਹੇ ਸੁਆਮੀ, ਮੈਂ ਵੀ ਹਾਰ ਕੇ ਤੇਰੇ ਦੁਆਰੇ 'ਤੇ ਢਹਿ ਪਿਆ, ਮੈਨੂੰ ਵੀ ਆਪਣੀ ਰਹਿਮਤ ਦੀ ਖੈਰ ਪਾ। ਇਹ ਕਹਿ ਕੇ ਕੰਬਲੀ ਵਾਲਾ ਉੱਠ ਬੈਠਾ ਅਤੇ ਮਨ ਨੂੰ ਮਾਨੋ ਮੁੱਠ ਵਿੱਚ ਲੈ ਕੇ ਬਾਬਾ ਪਰਮਹੰਸ ਦੇ ਚਰਨਾਂ ਉੱਤੇ ਆ ਧਰਿਆ। ਅੱਧਾ ਘੰਟਾ ਲਿਵ ਲੱਗੀ ਰਹੀ, ਪਰ ਫਿਰ ਉਹੀ ਅਚੰਭਾ, ਬਾਬਾ ਪਰਮਹੰਸ ਦੀ ਤਸਵੀਰ ਬਦਲ ਕੇ ਹੀਰ ਦੀ ਮੂਰਤ ਬਣ ਜਾਏ। ਇਹਨਾਂ ਖਿਆਲਾਂ, ਇਹਨਾਂ ਚਰਚਿਆਂ 'ਚ ਸਾਰੀ ਰਾਤ ਬੀਤ ਗਈ। ਸਵੇਰੇ ਉੱਠ ਕੇ ਇਸ਼ਨਾਨ ਕੀਤਾ, ਇੱਧਰ ਉੱਧਰ ਫਿਰੇ, ਫਿਰ ਮਨ ਦਾ ਉਹੀ ਝਗੜਾ। ਇਸੇ ਤਰ੍ਹਾਂ ਦੁਪਹਿਰ ਆ ਗਈ, ਮਨ ਬਾਹਰ ਲੈ ਤੁਰਿਆ, ਪਹਾੜੀ 'ਤੇ ਜਾ ਚੜ੍ਹੇ, ਹੀਰ ਦਾ ਰਾਹ ਲੱਗੇ ਵੇਖਣ। ਕਦੇ ਮਨ ਨੂੰ ਲਾਹਨਤਾਂ, ਕਦੇ 4 ਕਦਮ ਅੱਗੇ, ਕਦੇ 4 ਕਦਮ ਪਿੱਛੇ, ਕਦੀ ਆਖਣ, ਹੇ ਮੂਰਖ ਮਨ, ਤੂੰ ਇਹ ਕਿਉਂ ਆਖਿਆ ਔਰਤ, ਹਮਾਰੇ ਪਾਸ ਔਰਤੋਂ ਕਾ ਆਨਾ ਠੀਕ ਨਹੀਂ। ਇਹਨਾਂ ਖਿਆਲਾਂ 'ਚ ਹੀ ਨੀਝ ਲਾ ਕੇ ਦੇਖਿਆ ਤਾਂ ਦੂਰੋਂ ਇੱਕ ਟਾਂਗਾ ਆਉਂਦਾ ਨਜ਼ਰ ਆਇਆ। ਦਿਲ 'ਚ ਠੰਡ ਪਈ। ਛੇਤੀ ਛੇਤੀ ਕੁਟੀਆ ਵੱਲ ਮੁੜੇ, ਬੈਠ ਕੇ ਲੱਗੇ ਉਡੀਕਣ, ਕਦੀ ਬਾਹਰ ਉੱਠ ਕੇ ਦੇਖਣ, ਕਦੀ ਝੀਤਾਂ 'ਚੋਂ ਝਾਤੀ ਮਾਰਨ। ਆਖਰ ਕਦਮਾਂ ਦੀ ਆਵਾਜ਼ ਆਈ, ਦਿਲ ਨੂੰ ਸ਼ਾਂਤੀ ਹੋਈ। ਇੱਕ ਔਰਤ ਸਿਰ 'ਤੇ ਥਾਲ ਚੁੱਕਿਆ ਹੋਇਆ ਕੁਟੀਆ ਅੰਦਰ ਆਈ ਅਤੇ ਥਾਲ ਕੰਬਲੀ ਵਾਲੇ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਮਹਾਤਮਾ ਨੇ ਅੱਖਾਂ ਚੁੱਕ ਕੇ ਵੇਖਿਆ ਅਤੇ ਅਚਨਚੇਤ ਹੀ ਹੌਕਾ ਭਰਿਆ।
ਰੁਕਮਣ ਤਾੜ ਗਈ ਤੇ ਹੱਥ ਜੋੜ ਕੇ ਕਹਿਣ ਲੱਗੀ, ਮਹਾਤਮਾ ਜੀ ਤੁਸੀਂ ਮਾਯੂਸ ਹੀ ਹੋਏ ਹੋਵੋਗੇ। ਮੇਰੀ ਬੀਬੀ ਨੂੰ ਕੱਲ੍ਹ ਇੱਥੋਂ ਜਾਂਦਿਆਂ ਹੀ ਅੰਮ੍ਰਿਤਸਰੋਂ ਤਾਰ ਆ ਗਈ ਸੀ ਤੇ ਜ਼ਰੂਰੀ ਕੰਮ ਹੋਣ ਕਰਕੇ ਉਹ ਸਵੇਰ ਸਾਰੀ ਅੰਮ੍ਰਿਤਸਰ ਚਲੇ ਗਏ ਹਨ। ਜਾਂਦੇ ਹੋਏ ਮੈਨੂੰ ਕਹਿ ਗਏ ਸੀ ਕਿ ਮੈਂ ਆਪ ਨੂੰ ਹਰ ਰੋਜ਼ ਭੋਜਨ ਪਹੁੰਚਾਵਾਂ। ਖਿਮਾ ਕਰਨੀ, ਅੱਜ ਮੈਨੂੰ ਕੁਝ ਦੇਰ ਹੋ ਗਈ ਹੈ। ਅੱਗੇ ਨੂੰ ਜਿਸ ਵਕਤ ਆਪ ਹੁਕਮ ਕਰੋ ਭੋਜਨ ਲੈ ਆਇਆ ਕਰਾਂਗੇ। महात्मा ने कहा, नहीं बीबी, साधुओं के भोजन का कोई वक्त नहीं होता। जिस वक्त मिला खा लिया, ना मिला तो ना सही। तुम्हारी बीबी अमृतसर चली ही गई है या फिर वापस आएगी? रुकमन, नहीं जी, वो जल्दी तो जल्दी वापस आउणगे। अज शाम ਨੂੰ ਅੰਮ੍ਰਿਤਸਰ ਪਹੁੰਚਣਗੇ। ਜੇ ਕੱਲ੍ਹ ਉੱਥੋਂ ਤੁਰ ਪਏ ਤਾਂ ਪਰਸੋਂ ਆ ਜਾਣਗੇ, ਨਹੀਂ ਤਾਂ ਚੌਥ ਸਵੇਰ ਤਾਂ ਜ਼ਰੂਰ ਹੀ ਆ ਜਾਣਗੇ। महात्मा, बीबी तुम्हारा क्या नाम है? जी रुकमन। तुम्हारी बीबी का क्या नाम है? जी हीरन देवी। अच्छा, तुम उसके पास नौकर हो? हाँ जी, मैं उन्होंने एक नौकरानी हाँ। महात्मा थोड़ा जिहा प्रसाद थाल विचों लैके, अच्छा रुकमन ये थाल ले जाओ, ये सारा तुहाडे लई है, छको। महात्मा जी तुसीं अज उदास जे नज़र आउंदे हो, की गल है? ठठंबर के, नहीं साधुओं को क्या उदासी है? नहीं जी, कित्थे वो डल डल करदा नूर, कित्थे चेहरे दी पिलक्तन। अच्छा रुकमन तुम जाओ, कल प्रसाद किहड़े वेले लियावां? जिस वक्त तुम्हारी मर्जी। रुकमन मत्था टेक के वापस हो गई। कंबली वाले लई दिन ते गुजर गया, पर फिर रात कहर दी आ गई। ਉਹੀ ਮਨ ਦੀ ਦੁਬਿਧਾ, ਉਹੀ ਝਗੜਾ, ਉਹੀ ਸਵਾਲ, ਉਹੀ ਜਵਾਬ। ਰਾਤ ਨੂੰ ਘੰਟੇ ਘੰਟੇ ਬਾਅਦ ਗਰਮ ਪੁੜਪੁੜੀਆਂ ਨੂੰ ਠੰਡਾ ਕਰਨ ਲਈ ਕੰਬਲੀ ਵਾਲਾ ਮੂੰਹ ਧੋਂਦਾ ਸੀ। ਬੜੀਆਂ ਜੋਦੜੀਆਂ ਕੀਤੀਆਂ, ਬੜੇ ਤਰਲੇ ਲਏ। ਇੱਕ ਵਾਰ ਤਾਂ ਰਾਤ ਨੂੰ ਬਾਹਰ ਨਿਕਲ ਕੇ ਬੜੀ ਉੱਚੀ ਉੱਚੀ ਆਵਾਜ਼ਾਂ ਮਾਰੀਆਂ, ਹੇ ਬਾਬਾ ਪਰਮਹੰਸ, ਹੇ ਬਾਬਾ ਪਰਮਹੰਸ, ਮੈਂ ਤੇਰਾ ਹਾਂ, ਮੈਨੂੰ ਡੁੱਬਦੇ ਨੂੰ ਬਚਾ। ਇੱਕ ਕਹਾਣੀ ਚੇਤੇ ਆ ਗਈ ਜਿਹੜੀ ਕਾਲਜ 'ਚ ਕਿਸੇ ਕਿਤਾਬ 'ਚੋਂ ਪੜ੍ਹੀ ਸੀ। ਫਰਾਂਸ ਦਾ ਮਸ਼ਹੂਰ ਪਾਦਰੀ ਵਿਕਟਰ ਹਿਊਗੋ ਹੋਇਆ। ਉਹਦੇ ਅੰਦਰ ਜਦੋਂ ਕਾਮ ਦੀ ਪ੍ਰਬਲ ਲਹਿਰ ਉੱਠੀ ਤਾਂ ਕਈ ਦਿਨ ਫਰਸ਼ 'ਤੇ ਪਲਸੇਟੀਆਂ ਲੈਂਦਾ ਰਿਹਾ ਤੇ ਅਰਦਾਸੇ ਕਰਦਾ ਰਿਹਾ। ਅੰਤ ਨੂੰ ਇੱਕ ਦਿਨ ਉਹਦੀ ਅੱਖ ਲੱਗ ਗਈ। ਸੁਪਨੇ 'ਚ ਕੀ ਵੇਖਦਾ, ਇੱਕ ਫਰਿਸ਼ਤਾ ਆਇਆ, ਉਹਦੇ ਪੇਟ 'ਚੋਂ ਇੱਕ ਭਖਦਾ ਹੋਇਆ ਗੋਲਾ ਕੱਢ ਕੇ ਲੈ ਗਿਆ। ਇਸ ਤੋਂ ਪਿੱਛੋਂ ਵਿਕਟਰ ਹਿਊਗੋ ਨੂੰ ਸਾਰੀ ਉਮਰ ਕਦੀ ਕਾਮ ਦਾ ਫੁਰਨਾ ਨਾ ਫੁਰਿਆ। ਕੰਬਲੀ ਵਾਲਾ ਵੀ ਇਸ ਕਹਾਣੀ ਨੂੰ ਯਾਦ ਕਰ ਕਰਕੇ ਪਲਸੇਟੀਆਂ ਮਾਰੇ ਤੇ ਅਰਦਾਸ ਕਰੇ, ਹੇ ਪਰਮਾਤਮਾ, ਜਿਸ ਤਰ੍ਹਾਂ ਵਿਕਟਰ ਹਿਊਗੋ ਨੂੰ ਬੋੜਿਆ ਸੀ ਉਸੇ ਤਰ੍ਹਾਂ ਮੈਨੂੰ ਬੋੜ, ਪਰ ਕੁਝ ਤਬੀਅਤ ਨਾ ਠਹਿਰੇ। 2-3 ਦਿਨਾਂ 'ਚ ਮੂੰਹ ਦੀ ਲਾਲੀ ਉੱਡ ਗਈ ਤੇ ਅੱਖਾਂ ਦਾ ਨੂਰ ਘਟ ਗਿਆ। ਤੀਸਰੀ ਰਾਤ ਨੂੰ ਗੁਰੂ ਨਾਨਕ ਦੇ ਚਰਨਾਂ ਵੱਲ ਖਿਆਲ ਗਿਆ ਤੇ ਖਿਆਲ ਆਇਆ ਕਿ ਕੀਰਤਨ ਤਪੇ ਹੋਏ ਹਿਰਦੇ 'ਚ ਬੜੀ ਠੰਡ ਪਾਉਂਦਾ ਹੈ। ਕੁਟੀਆ ਤੋਂ ਬਾਹਰ ਨਿਕਲ ਕੇ ਬੜੀ ਸੁਰੀਲੀ ਸੁਰ ਨਾਲ ਪਹਿਲੇ ਇੱਕ ਸ਼ਬਦ ਪੜ੍ਹਿਆ, ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਫਿਰ ਬੰਸਰੀ ਦਾ ਖਿਆਲ ਆਇਆ। ਦੌੜ ਕੇ ਬੰਸਰੀ ਲਈ ਤੇ ਦਰਿਆ ਦੀਆਂ ਦੋਹਾਂ ਧਾਰਾਂ ਦੇ ਵਿੱਚ ਕਾਰਲੇ ਟਿੱਬੇ 'ਤੇ ਖਲੋ ਕੇ ਵਜਾਉਣੀ ਸ਼ੁਰੂ ਕੀਤੀ। ਬਥੇਰਾ ਜ਼ੋਰ ਲਾਏ, ਪਰ ਨਾ ਤਾਂ ਜੰਗਲ ਦੇ ਜਾਨਵਰ ਇਕੱਠੇ ਹੋਏ, ਨਾ ਹੀ ਉਹ ਪੁਰਾਣਾ ਰਸ ਆਇਆ। ਬੰਸਰੀ ਵੱਲ ਵੇਖ ਕੇ ਕਹਿਣ ਲੱਗਾ, ਹੇ ਮੈਨੂੰ ਸ਼ਾਂਤੀ ਦੇ ਰਸ ਦੇਣ ਵਾਲੀ, ਮੇਰੇ ਪਿਛਲੇ 10 ਸਾਲਾਂ ਦੀ ਸਾਥਣ, ਅੱਜ ਤੂੰ ਵੀ ਮੇਰੇ ਤੋਂ ਦਿਲ ਚੁਰਾ ਗਈ ਹੈ। ਇਹ ਕਹਿ ਕੇ ਕ੍ਰੋਧ ਆਇਆ ਤੇ ਬੰਸਰੀ ਦੇ ਟੋਟੇ ਕਰਕੇ ਦਰਿਆ 'ਚ ਸੁੱਟ ਦਿੱਤੇ। ਫਿਰ ਦੋਵੇਂ ਹੱਥ ਅਸਮਾਨ ਵੱਲ ਕਰਕੇ ਉੱਚੀ ਉੱਚੀ ਚੀਕਾਂ ਮਾਰ ਕੇ ਕਹਿਣ ਲੱਗਾ, ਹੇ ਬਾਬਾ ਪਰਮਹੰਸ, ਮੈਨੂੰ ਆਪਣੇ ਪਾਸੇ ਲੈ ਚੱਲ, ਮੈਨੂੰ ਇਸ ਦੁੱਖ ਔਰ ਦੁਬਿਧਾ ਤੋਂ ਬਚਾ। ਇਹ ਕਹਿੰਦੇ ਕਹਿੰਦੇ ਮੂਰਛਾ ਆ ਗਈ ਤੇ ਬੇਹੋਸ਼ ਹੋ ਕੇ ਟਿੱਬੇ 'ਤੇ ਡਿੱਗ ਪਿਆ। ਅੰਗ 5ਵਾਂ। ਜਿਸ ਰਾਖੈ ਤਿਸ ਕੋਈ ਨ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ, ਸੋ ਮੂਆ ਜਿਸ ਮਨੋ ਵਿਸਾਰੈ। ਗੱਡੀ ਜਦ ਸਿਗਨਲ ਤੋਂ ਬਾਹਰ ਆਈ ਤਾਂ ਮਾਇਆ ਅੱਖੀਓਂ ਓਲੇ ਹੋ ਗਈ। ਹੀਰ ਆਪਣੀ ਸੀਟ 'ਤੇ ਬੈਠ ਗਈ ਤੇ ਥੋੜ੍ਹੇ ਚਿਰ ਬਾਅਦ ਲੇਟ ਗਈ। ਰਾਧਾ ਕੋਲ ਦੂਜੀ ਸੀਟ 'ਤੇ ਬੈਠੀ ਸੀ। ਮਨ ਫਿਰ ਸੋਚੀ ਪੈ ਗਿਆ ਤੇ ਅੱਖਾਂ ਅੱਗੇ ਉਸ ਕੰਬਲੀ ਵਾਲੇ ਸਾਧੂ ਦੀ ਤਸਵੀਰ ਫਿਰਨ ਲੱਗ ਗਈ। ਕੁਝ ਦਿਲ 'ਚ ਦੁਬਿਧਾ ਜਿਹੀ ਪੈਦਾ ਹੋਈ ਤੇ ਇਸ ਤਰ੍ਹਾਂ ਦੀ ਚਰਚਾ ਮਨ 'ਚ ਸ਼ੁਰੂ ਹੋ ਗਈ। ਪਹਿਲਾ ਮਨ, ਲੋਕੀ ਕੀ ਕਹਿਣਗੇ। ਦੂਜਾ ਮਨ, ਲੋਕੀ ਜੋ ਮਰਜ਼ੀ ਕਹਿਣ, ਪੱਲੇ ਹੋਵੇ ਸੱਚ, ਭਾਵੇਂ ਨੰਗਾ ਹੋ ਕੇ ਨੱਚ। ਮੇਰੇ ਪਤੀ ਜੀ ਨੂੰ ਗੁਜ਼ਰਿਆਂ ਅੱਜ 12 ਸਾਲ ਹੋ ਗਏ ਨੇ ਅਤੇ ਜੇ ਮੈਂ ਵਿਸ਼ੇ ਵਿਕਾਰਾਂ ਵੱਲ ਪੈਣਾ ਹੁੰਦਾ ਤਾਂ ਅੱਜ ਤੱਕ ਮੈਂ ਇਸ ਡੂੰਘੀ ਦਲਦਲ 'ਚ ਫਸੀ ਹੋਈ ਹੁੰਦੀ। ਮੇਰੇ ਅਰਦਾਸੇ ਮੇਰੇ ਮਨ ਦੀ ਵਾੜ ਦਾ ਕੰਮ ਕਰਦੇ ਰਹੇ ਹਨ ਅਤੇ ਪਰਮਾਤਮਾ ਨੇ ਮੈਨੂੰ ਬਚਾਈ ਰੱਖਿਆ ਹੈ। ਪਹਿਲਾ ਮਨ,
ਸਾਰੇ ਸ਼ਹਿਰ 'ਚ ਚਰਚਾ ਹੋਏਗੀ, ਬਦਨਾਮੀ ਤਾਂ ਹੋਏਗੀ ਨਾ। ਦੂਜਾ ਮਨ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਲੋਕੀ ਜੋ ਮਰਜ਼ੀ ਕਹਿਣ, ਪਰਮਾਤਮਾ ਤਾਂ ਮਨ ਦੇ ਸਭ ਭੇਦ ਜਾਣਦਾ ਹੈ। ਮੇਰਾ ਤਾਂ ਸੱਚ ਪੁੱਛੋ ਤਾਂ ਪਰਮੇਸ਼ਰ ਵੀ ਉਹੀ ਹੈ। ਪਹਿਲਾ ਮਨ, ਲੋਕਾਂ ਦੀ ਜੀਭ ਤੇ ਨਹੀਂ ਫੜ ਸਕਦਾ, ਲੋਕਾਂ ਦੀ ਜੀਭ ਤੇ ਨਹੀਂ ਕੋਈ ਫੜ ਸਕਦਾ। ਨਿੰਦਿਆ ਤੇ ਕਰਨਗੇ ਹੀ ਨਾ। ਪਹਿਲਾਂ ਤਾਂ ਮਾਇਆ ਹੀ ਕੀ ਕਹਿੰਦੀ ਸੀ। ਦੂਜਾ ਮਨ, ਕੀ ਮਾਇਆ ਤੇ ਕੀ ਦੂਜੇ ਲੋਕ। ਹਰ ਕੋਈ ਦੂਜਿਆਂ ਦੀਆਂ ਚੀਜ਼ਾਂ ਨੂੰ ਆਪਣੇ ਗਜ਼ ਨਾਲ ਮਿਣਦਾ ਹੈ। ਅੱਛਾ ਜੋ ਹੋਵੇ ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਪਹਿਲਾ ਮਨ, ਪਰ ਇਹ ਵਿਚਾਰ ਲਓ ਕਿ ਉਹਦੇ ਸਰੀਰ ਦੀ ਖਿੱਚ ਤਾਂ ਨਹੀਂ। ਇਹ ਠੀਕ ਹੈ ਕਿ ਇਹੋ ਜਿਹਾ ਸੋਹਣਾ ਸਰੀਰ ਤੇ ਇਹੋ ਜਿਹੀਆਂ ਨੂਰ ਭਰੀਆਂ ਅੱਖਾਂ ਮੈਂ ਇਸ ਜ਼ਿੰਦਗੀ 'ਚ ਨਹੀਂ ਵੇਖੀਆਂ, ਪਰ ਇਹ ਜਲਾਲ ਤੇ ਨੂਰ ਸਰੀਰਕ ਨਹੀਂ, ਇਹ ਤਾਂ ਸਵੱਛ ਆਤਮਾ ਦਾ ਪ੍ਰਤੀਬਿੰਬ ਹੈ। ਪਹਿਲਾ ਮਨ, ਅੱਛਾ ਮੰਨ ਲਓ ਤੇਰੇ ਦਿਲ 'ਚ ਕਾਮ ਵਾਸ਼ਨਾ ਨਾ ਉਪਜੇ, ਪਰ ਉਹ ਵੀ ਤੇ ਇਨਸਾਨ ਹੈ। ਜੇ ਉਹਦੇ ਮਨ 'ਚ ਪੈਦਾ ਹੋ ਜਾਏ ਤਾਂ। ਦੂਜਾ ਮਨ, ਨਾਮੁਮਕਿਨ, ਬਿਲਕੁਲ ਨਾਮੁਮਕਿਨ। ਬਾਬਾ ਪਰਮਹੰਸ ਦਾ ਚੇਲਾ ਤੇ ਸਾਰੀ ਉਮਰ ਦਾ ਤਪੱਸਵੀ ਤੇ ਫਿਰ ਕਾਮ ਚੇਸ਼ਟਾ ਦਾ ਸ਼ਿਕਾਰ ਹੋ ਜਾਏ, ਇਹ ਬਿਲਕੁਲ ਸੰਭਵ ਨਹੀਂ। ਪਹਿਲਾ ਮਨ, ਅੱਛਾ ਫਰਜ਼ ਕਰੋ। ਦੂਜਾ ਮਨ, ਫਰਜ਼ ਕਰ ਹੀ ਨਹੀਂ ਸਕਦੇ। ਪਹਿਲਾ ਮਨ, ਕਾਮ ਦੀਆਂ ਪ੍ਰਬਲ ਲਹਿਰਾਂ ਜਦ ਆਵਣ, ਗਿਆਨੀ ਨੂੰ ਵੀ ਨਾਚ ਨਚਾਵਣ। ਬੜੇ ਬੜੇ ਰਿਸ਼ੀ ਮੁਨੀ ਇਸ ਕਾਮ ਨੇ ਜ਼ੀਰ ਕੀਤੇ, ਵੱਡੇ ਤੋਂ ਵੱਡਾ ਤਪੱਸਵੀ ਇਸ ਅੱਗੇ ਹੰਕਾਰ ਨਹੀਂ ਕਰ ਸਕਦਾ। ਦੂਜਾ ਮਨ, ਅੱਛਾ ਪਰਮਾਤਮਾ ਆਪ ਕਿਰਪਾ ਕਰਨ ਵਾਲਾ ਹੈ, ਅੱਗੇ ਕਿਹੜਾ ਮੈਂ ਆਪਣੇ ਬਲ ਨਾਲ ਵਿਸ਼ੇ ਵਿਕਾਰਾਂ ਤੋਂ ਬਚਦੀ ਰਹੀ ਹਾਂ। ਉਹਦੀ ਮਿਹਰ ਦੀ ਲੋੜ ਹੈ। ਇਹ ਖਿੱਚ ਮੈਨੂੰ ਸਰੀਰਕ ਖਿੱਚ ਨਹੀਂ ਜਾਪਦੀ। ਇਹੋ ਜਿਹਾ ਡੂੰਘਾ ਅਸਰ ਕਦੇ ਅੱਗੇ ਮੇਰੇ ਮਨ 'ਤੇ ਨਹੀਂ ਹੋਇਆ। ਇਹ ਨਿਰੋਲ ਆਤਮਕ ਖਿੱਚ ਹੈ। ਅੱਛਾ ਸਤਿਗੁਰੂ ਨਾਨਕ, ਤੇਰੀ ਰਜ਼ਾ, ਜੋ ਤੈਨੂੰ ਭਾਉਂਦਾ ਹੈ ਸੋਈ ਹੁੰਦਾ ਹੈ। ਹੀਰ ਇਹੋ ਜਿਹੇ ਵਹਿਣਾਂ 'ਚ ਰੁੜੀ ਜਾਂਦੀ ਸੀ ਕਿ ਠਾਕਰ ਦਾਸ ਨੇ ਆਵਾਜ਼ ਮਾਰੀ, ਬੀਬੀ ਜੀ ਲੁਧਿਆਣਾ ਆ ਗਿਆ ਹੈ, ਰੋਟੀ ਖਾਣੀ ਜੇ ਤਾਂ ਹੋਟਲ 'ਚੋਂ ਮੰਗਾਵਾਂ। ਨਹੀਂ ਠਾਕਰ ਦਾਸ, ਅੱਜ ਮਾਇਆ ਨੇ ਇੰਨਾ ਕੁਝ ਖਵਾਇਆ ਕਿ ਮੇਰੀ ਬਜੋਰੀ ਭਰੀ ਹੋਈ ਹੈ। ਹੱਦ ਹੋ ਗਈ, 6 ਘੰਟੇ ਹੋ ਗਏ ਰੋਟੀ ਖਾਧਿਆਂ, ਅਜੇ ਭੁੱਖ ਨਹੀਂ ਲੱਗੀ। ਬੀਬੀ ਜੀ ਤੁਹਾਨੂੰ ਕੀ ਹੋ ਗਿਆ ਹੈ? ਰਾਧਾ ਕਹਿਣ ਲੱਗੀ ਤੇ ਫਿਰ ਠਾਕਰ ਦਾਸ ਵੱਲ ਮੂੰਹ ਕਰਕੇ, ਠਾਕਰ ਦਾਸ ਜਾਓ ਇੱਕ ਥਾਲ ਭਿਜਵਾਓ। ਥਾਲ ਆ ਗਿਆ, ਪਰ ਹੀਰ ਨੇ ਮੁਸ਼ਕਿਲ ਨਾਲ 2 ਕੁ ਫੁਲਕੀਆਂ ਹੀ ਖਾਧੀਆਂ, ਬਾਕੀ ਰੋਟੀ ਰਾਧਾ ਨੇ ਖਾਧੀ। ਇੰਨੇ ਨੂੰ ਠਾਕਰ ਦਾਸ ਆਇਆ, ਪੁੱਛਣ ਲੱਗਾ ਕੁਝ ਹੋਰ ਲਿਆਵਾਂ। ਰਾਧਾ ਨੇ ਕਿਹਾ ਕਿ ਬੀਬੀ ਜੀ ਨੇ ਰੋਟੀ ਤੇ ਖਾਧੀ ਨਹੀਂ, ਫਲ ਲਿਆਓ। ਨਹੀਂ ਠਾਕਰ ਦਾਸ, ਰਾਧਾ ਤੇ ਕਮਲੀ ਹੈ, ਮੈਨੂੰ ਭੁੱਖ ਨਹੀਂ, ਸਹਾਰਨਪੁਰ ਚੱਲ ਕੇ ਫਲ ਖਾਵਾਂਗੀ। ਇੰਨੇ ਨੂੰ ਗੱਡੀ ਚੱਲ ਪਈ ਤੇ ਹੀਰ ਨੇ ਰਾਧਾ ਨੂੰ ਕਿਹਾ, ਰਾਧਾ ਹੁਣ ਘੜੀ ਕੁ ਸੌਂ ਲਈਏ। ਹੀਰ ਤੇ ਲੰਮੀ ਪੈਂਦੀ ਸੌਂ ਗਈ ਤੇ ਉਹਨੂੰ ਸੁੱਤੀ ਵੇਖ ਕੇ ਰਾਧਾ ਵੀ ਪੈ ਗਈ। ਤੇ ਜਦ ਗੱਡੀ ਅੰਬਾਲੇ ਠਹਿਰੀ ਤਾਂ ਹੀਰ ਨੂੰ ਜਾਗ ਆ ਗਈ। ਉੱਠੀ ਤੇ ਰਾਧਾ ਨੂੰ ਝੰਜੋੜ ਕੇ ਕਹਿਣ ਲੱਗੀ, ਰਾਧਾ ਰਾਧਾ ਵੇਖ ਕਿਹੜਾ ਸਟੇਸ਼ਨ ਹੈ। ਰਾਧਾ ਛੇਤੀ ਨਾਲ ਉੱਠੀ ਕਹਿਣ ਲੱਗੀ, ਭਾਵੇਂ ਸਹਾਰਨਪੁਰ ਹੀ ਆ ਗਿਆ ਹੋਵੇ, ਪਰ ਕੋਲੋਂ ਲੰਘਦੇ ਕੁੜੀ ਨੇ ਆਖਿਆ, ਨਹੀਂ ਇਹ ਸਹਾਰਨਪੁਰ ਨਹੀਂ, ਇਹ ਅੰਬਾਲਾ ਹੈ। ਹੀਰ ਨੇ ਆਖਿਆ, ਰਾਧਾ ਘੁੱਟ ਕੁ ਪਾਣੀ ਪਿਲਾ। ਪਾਣੀ ਪੀ ਕੇ ਦੋਵੇਂ ਗੱਲੀਂ ਜੁੱਟ ਪਈਆਂ। ਰਾਧਾ ਤੂੰ ਕਹਿੰਦੀ ਸੀ ਮੈਨੂੰ ਕੁਝ ਹੋ ਗਿਆ, ਮੈਂ ਪਾਗਲ ਤੇ ਨਹੀਂ ਹੋ ਗਈ। ਰਾਧਾ, ਨਹੀਂ ਬੀਬੀ ਜੀ, ਮੈਂ ਤਾਂ ਐਵੇਂ ਹੱਸਦੀ ਸੀ, ਪਾਗਲ ਹੋਣ ਤੁਹਾਡੇ ਦੁਸ਼ਮਣ। ਨਹੀਂ ਕਮਲੀਏ ਸੱਚ ਦੱਸ। ਨਹੀਂ ਬੀਬੀ ਜੀ ਤੁਸੀਂ ਗੱਲਾਂ ਕੀ ਕਰਦੇ ਹੋ। ਰਾਧਾ, ਮੈਨੂੰ ਹੁਣੇ ਹੀ ਸੁਪਨੇ 'ਚ ਆਪਣੀ ਮਾਤਾ ਤੇ ਆਪਣੇ ਪਰਮ ਪੂਜ ਪਿਤਾ ਜੀ ਦੇ ਦਰਸ਼ਨ ਹੋਏ ਨੇ। ਪਿਤਾ ਜੀ ਨੇ ਮੈਨੂੰ ਆਪਣੀ ਬਗਲ 'ਚ ਲਿਆ ਤੇ ਮੇਰਾ ਮੱਥਾ ਚੁੰਮਿਆ ਤੇ ਬੜੀ ਮਿਹਰ 'ਚ ਆ ਕੇ ਮੈਨੂੰ ਕਹਿਣ ਲੱਗੇ, ਬੇਟੀ ਤੂੰ ਧੰਨ ਹੈ, ਕੋਈ ਫਿਕਰ ਨਾ ਕਰ, ਈਸ਼ਵਰ ਤੇਰੇ ਅੰਗ ਸੰਗ ਰਹੇਗਾ। ਰਾਧਾ ਤੂੰ ਨਿਰਛਲ ਹੈ, ਤੂੰ ਵੀ ਦੋਵੇਂ ਵੇਲੇ ਅਰਦਾਸ ਕਰਿਆ ਕਰ ਕਿ ਪਰਮਾਤਮਾ ਮੇਰੇ ਅੰਗ ਸੰਗ ਰਵੇ। ਰਾਧਾ, ਬੀਬੀ ਜੀ ਮੈਂ ਕੀ ਅਰਦਾਸ ਕਰਾਂ, ਕਿਹੜੀ ਚੀਜ਼ ਹੈ ਜਿਹੜੀ ਪਰਮਾਤਮਾ ਨੇ ਤੁਹਾਨੂੰ ਨਹੀਂ ਦਿੱਤੀ। ਧਨ, ਰੂਪ, ਅਕਲ, ਨੇਕੀ ਸਭ ਕੁਝ ਤੁਹਾਨੂੰ ਅੱਗੇ ਹੀ ਮਿਲਿਆ ਹੋਇਆ, ਹੋਰ ਮੈਂ ਅਰਦਾਸ ਤੁਹਾਡੇ ਲਈ ਕੀ ਕਰਾਂ। ਹੀਰ ਕਹਿਣ ਲੱਗੀ, ਰਾਧਾ ਸੁੱਖ ਨਾ ਧਨ 'ਚ ਹੈ, ਨਾ ਅਕਲ 'ਚ, ਨਾ ਰੂਪ ਵਿੱਚ। ਜਿਸ ਮਨ 'ਚ ਪ੍ਰੇਮ ਵਾਸਾ ਨਹੀਂ ਕਰਦਾ ਉਹ ਮਸਾਣ ਵਾਂਗ ਹੈ। ਸੱਚ ਪੁੱਛੋ ਤਾਂ ਮਨ ਦੀ ਹਨੇਰੀ ਕੋਠੜੀ ਦਾ ਦੀਵਾ ਹੀ ਪ੍ਰੇਮ ਹੈ। ਨਾ ਮੇਰੀ ਮਾਂ, ਨਾ ਪਿਓ, ਨਾ ਭੈਣ, ਨਾ ਭਰਾ, ਨਾ ਪਤੀ, ਨਾ ਪੁੱਤਰ, ਮੇਰਾ ਮਨ ਸੁੰਨਾ ਹੈ। ਰਾਧਾ ਤੂੰ ਵੀ ਅਰਦਾਸ ਕਰਿਆ ਕਰ, ਪਰਮਾਤਮਾ ਮੇਰੇ ਅੰਗ ਸੰਗ ਰਵੇ। ਬੀਬੀ ਜੀ ਉਹ ਕੰਬਲੀ ਵਾਲਾ ਸਾਧੂ ਬੜਾ ਸੁੰਦਰ ਤੇ ਬੜਾ ਨੇਕ ਹੈ। ਰਾਧਾ ਇਹ ਗੱਲ ਛੱਡ, ਤੂੰ ਮੇਰੇ ਲਈ ਅਰਦਾਸ ਕਰਿਆ ਕਰ। ਨਹੀਂ ਜੀ, ਜਿਸ ਵੇਲੇ ਤੁਸੀਂ ਕੁਟੀਆ 'ਚ ਬੈਠੇ ਸੋ ਤੇ ਇਉਂ ਜਾਪਦਾ ਸੀ ਜਿਵੇਂ ਅਸਮਾਨ 'ਤੇ 2 ਚੰਨ ਚੜ੍ਹੇ ਹੋਏ ਨੇ। ਅੱਛਾ ਰਾਧਾ, ਆ ਗਿਆ ਸਹਾਰਨਪੁਰ।
ਹੁਣ ਭੁੱਖ ਵੀ ਲੱਗੀ ਹੋਈ ਹੈ। ਕੌਰ ਠਾਕਰ ਦਾਸ ਨੂੰ 2 ਸੇਰ ਖਰਬੂਜੇ, 2 ਸੇਰ ਅੰਬ, 2 ਸੇਰ ਲੀਚੀਆਂ ਲਿਆਵੇ। ਰਾਧਾ ਅੰਬ ਚੁੱਪ ਕੇ ਦੁੱਧ ਵੀ ਪੀਣਾ ਚਾਹੀਦਾ ਹੈ। ਹੀਰ ਦੁੱਧ ਇੱਥੋਂ ਸਟੇਸ਼ਨ ਤੋਂ ਕੀ ਲੱਭਣਾ ਹੈ, ਹਰਿਦੁਆਰ ਚੱਲ ਕੇ ਲਵਾਂਗੇ। ਤੇ ਠਾਕਰ ਦਾਸ ਫੜ ਲੈ ਆਇਆ। ਦੋਹਾਂ ਨੇ ਕੁਝ ਖਰਬੂਜੇ ਖਾਧੇ, ਕੁਝ ਅੰਬ ਚੂਪੇ। ਲੁਕਸਰ ਜਾ ਕੇ ਗੱਡੀ ਬਦਲੀ ਤੇ 6 ਵਜੇ ਜਾ ਕੇ ਹਰਿਦੁਆਰ ਪਹੁੰਚੇ। ਹਰਿਦੁਆਰ ਉਤਰੇ। ਠਾਕਰ ਦਾਸ ਨੇ ਸਾਰਾ ਸਮਾਨ ਸੰਭਾਲਿਆ। ਸਟੇਸ਼ਨੋਂ ਬਾਹਰ ਆਏ। ਫਿਰ ਰਾਧਾ ਪੁੱਛਣ ਲੱਗੀ, ਬੀਬੀ ਜੀ ਅੰਬ ਹੋਰ ਲਿਆਵਾਂ? ਹਾਂ, ਸੇਰ ਕੁ ਲੈ ਆ। ਫਿਰ ਹੀਰ ਨੇ ਠਾਕਰ ਦਾਸ ਨੂੰ ਬੁਲਾ ਕੇ ਕਿਹਾ, ਠਾਕਰ ਦਾਸ ਤੂੰ ਸਮਾਨ ਲੈ ਕੇ ਡੇਰੇ 'ਤੇ ਚੱਲ, ਸਾਨੂੰ ਇੱਕ ਰਾਮ ਗੰਗਾ ਦਾ ਟਾਂਗਾ ਕਰ ਦੇ, ਮੈਂ ਪਹਿਲਾਂ ਸਾਧੂ ਜੀ ਦੇ ਦਰਸ਼ਨ ਕਰ ਆਵਾਂ। ਰਾਧਾ ਕਹਿਣ ਲੱਗੀ, ਬੀਬੀ ਜੀ ਰਾਤ ਪੂਰੀ ਨੀਂਦ ਨਹੀਂ ਲਈ, ਚਲੋ ਡੇਰੇ 'ਤੇ ਚਲੀਏ, ਇਸ਼ਨਾਨ ਕਰੀਏ, ਕੁਝ ਖਾਈਏ ਪੀਵੀਏ, ਫਿਰ ਆਰਾਮ ਕਰਕੇ ਸਾਧੂ ਕੋਲ ਵੀ ਹੋ ਆਵਾਂਗੇ। ਰਾਧਾ ਤੇਰਾ ਧਿਆਨ ਖਾਣ 'ਚ ਹੀ ਰਹਿੰਦਾ ਹੈ, ਚਲੋ ਇਹ ਫਲ ਤੇ ਦੁੱਧ ਨਾਲ ਹੀ ਲੈ ਚਲੋ, ਉੱਥੇ ਰਾਮ ਗੰਗਾ ਵਿੱਚ ਇਸ਼ਨਾਨ ਕਰਕੇ ਫਿਰ ਕੰਢੇ ਬਹਿ ਕੇ ਖਾਵਾਂਗੇ। ਟਾਂਗਾ ਕੋਈ 7:30 ਵਜੇ ਕੰਬਲੀ ਵਾਲੇ ਦੀ ਕੁਟੀਆ ਦੇ ਲਾਗੇ ਜਾ ਪਹੁੰਚਾ। ਟਾਂਗੇ ਤੋਂ ਉਤਰਦਿਆਂ ਹੀ ਹੀਰ ਸਿੱਧੀ ਕੁਟੀਆ ਵੱਲ ਵਗ ਤੁਰੀ। ਅੱਗੇ ਜਾ ਕੇ ਕੀ ਵੇਖਦੀ ਹੈ ਕਿ ਰੇਤ ਦੇ ਟਿੱਬੇ 'ਤੇ ਕੰਬਲੀ ਵਾਲਾ ਸਾਧੂ ਲੰਬਾ ਪਿਆ। ਸੂਰਜ ਦੀਆਂ ਕਿਰਨਾਂ ਮੂੰਹ 'ਤੇ ਪੈਂਦੀਆਂ ਹਨ, ਪਰ ਚਿਹਰੇ 'ਤੇ ਪਿਲੱਤਣ ਹੈ। ਹੀਰ ਕੁਝ ਠਠੰਬਰ ਜੀ ਗਈ ਤੇ ਕਾਲੀ ਨਾਲ ਰਾਮ ਗੰਗਾ ਦੀ ਇੱਕ ਧਾਰਾ ਵਿੱਚ ਕੱਪੜੇ ਭਿਉਂਦੀ ਲੰਘ ਗਈ। ਜਾ ਕੇ ਸਾਧੂ ਨੂੰ ਹਿਲਾਇਆ, ਪਰ ਇਉਂ ਜਾਪਣ ਲੱਗਾ ਜਿਵੇਂ ਸਰੀਰ 'ਚ ਜਿੰਦ ਹੀ ਨਹੀਂ ਹੁੰਦੀ। ਹੀਰ ਨੇ ਘਬਰਾ ਕੇ ਰੌਲਾ ਪਾਇਆ ਤੇ ਰਾਧਾ ਤੇ ਟਾਂਗੇ ਵੱਲ ਹੱਥ ਕਰਕੇ ਆਖਿਆ, ਜਲਦੀ ਆਓ, ਜਲਦੀ ਆਓ। ਸਾਧੂ ਦੇ ਸਰੀਰ ਨੂੰ ਹੱਥ ਲਾਇਆ ਤੇ ਠੰਡਾ ਜਾਪਿਆ। ਮੂੰਹ 'ਚ ਪਾਣੀ ਪਾਇਆ ਤੇ ਵਗ ਗਿਆ। ਨਬਜ਼ 'ਤੇ ਹੱਥ ਰੱਖਿਆ ਤਾਂ ਥੋੜ੍ਹਾ ਜਿਹਾ ਹੌਸਲਾ ਹੋਇਆ। ਨਬਜ਼ ਅਜੇ ਮਾੜੀ ਮਾੜੀ ਚੱਲਦੀ ਸੀ। ਇੰਨੇ ਨੂੰ ਰਾਧਾ ਤੇ ਟਾਂਗੇ ਵਾਲੇ ਵੀ ਆ ਗਏ। ਤਿੰਨਾਂ ਜਣਿਆਂ ਨੇ ਮੁਸ਼ਕਿਲ ਨਾਲ ਸਾਧੂ ਨੂੰ ਚੁੱਕ ਕੇ ਕੁਟੀਆ ਅੰਦਰ ਲੈ ਆਂਦਾ। ਜਿੰਨੇ ਕੁ ਕੱਪੜੇ ਉਹਨਾਂ ਪਾਸ ਸਨ ਉਹ ਕੁਝ ਹੇਠਾਂ ਵਿਛਾਏ, ਕੁਝ ਉੱਤੇ ਕਰਾਏ ਤਾਂ ਕਿ ਸਰੀਰ ਨੂੰ ਕੁਝ ਗਰਮਾਇਸ਼ ਪਹੁੰਚੇ। ਫਿਰ ਸਾਧੂ ਦੇ ਮੂੰਹ 'ਚ ਤੁਪਕਾ ਕਰਕੇ ਦੁੱਧ ਪਾਇਆ ਤੇ ਤਿੰਨੇ ਜਣੇ ਲੱਗੇ ਹੱਥ ਤੇ ਪੈਰਾਂ ਦੀਆਂ ਤਲੀਆਂ ਮਲਣ। ਕੋਈ ਅੱਧੇ ਕੁ ਘੰਟੇ ਪਿੱਛੋਂ ਅੱਖ ਖੁੱਲ੍ਹੀ, ਪਰ ਫਿਰ ਬੰਦ ਹੋ ਗਈ। ਹੀਰ ਨੇ ਛੇਤੀ ਨਾਲ ਬਾਹਰ ਜਾ ਕੇ ਟਾਂਗੇ ਵਾਲੇ ਪਾਸੋਂ ਡੱਬੀ ਲੈ ਕੇ ਦੁੱਧ ਗਰਮ ਕੀਤਾ। ਥੋੜ੍ਹਾ ਜਿਹਾ ਗਰਮ ਦੁੱਧ ਫਿਰ ਸਾਧੂ ਦੇ ਮੂੰਹ 'ਚ ਪਾਇਆ। ਫਿਰ ਟਾਂਗੇ ਵਾਲੇ ਨੂੰ ਆਖਿਆ, ਤੂੰ ਜਾ, ਹੁਣ ਖੈਰ ਹੈ, ਤੂੰ ਆਪਣੇ ਟਾਂਗੇ ਪਾਸ ਬੈਠ। ਸਾਧੂ ਦੀ ਅੱਖ ਫਿਰ ਦੂਜੀ ਵਾਰ ਖੁੱਲ੍ਹੀ ਤੇ ਥੋੜ੍ਹਾ ਚਿਰ ਖੁੱਲ੍ਹੀ ਰਹੀ, ਪਰ ਫਿਰ ਮਿਟ ਗਈ। ਹੀਰ ਉੱਠੀ ਤੇ ਸਾਧੂ ਦੇ ਕੰਨ ਕੋਲ ਮੂੰਹ ਲਾ ਕੇ ਕਹਿਣ ਲੱਗੀ, ਸੇਵਾ, ਸੇਵਾ, ਸੇਵਾ। ਇਸ ਸ਼ਬਦ ਦਾ ਸਾਧੂ ਉੱਤੇ ਮਿਕਨਾਤੀਸੀ ਅਸਰ ਹੋਇਆ। ਉਹਨੇ ਅੱਖਾਂ ਖੋਲ੍ਹ ਲਈਆਂ ਤੇ ਉਹਦੇ ਮੂੰਹ ਵਿੱਚੋਂ ਇੱਕੋ ਇਹੋ ਜਿਹੇ ਵਾਕ ਨਿਕਲਣ ਲੱਗੇ, ਪ੍ਰਭੂ, ਪ੍ਰਭੂ, ਹੇ ਬਾਬਾ ਪਰਮਹੰਸ, ਕਰ ਕਿਰਪਾ, ਮਿਹਰ ਕਰ। ਹੀਰ ਨੇ ਛੇਤੀ ਨਾਲ ਬਾਕੀ ਦਾ ਗਰਮ ਦੁੱਧ ਉਹਦੇ ਮੂੰਹ 'ਚ ਪਾ ਦਿੱਤਾ ਤੇ ਕੋਲ ਬਹਿ ਕੇ ਇਉਂ ਆਖਣ ਲੱਗੀ, ਮਹਾਤਮਾ ਜੀ, ਮੈਂ ਆਪ ਦੀ ਦਾਸੀ ਹਾਂ, ਪਰ ਕਿਸੇ ਵਿਸ਼ੇ ਜਾਂ ਭੋਗ ਦੀ ਲਾਲਸਾ ਲੈ ਕੇ ਆਪ ਦੇ ਦਰ 'ਤੇ ਹਾਜ਼ਰ ਨਹੀਂ ਹੋਈ। ਮੈਂ ਆਪ ਦੀ ਸੇਵਾ ਕਰਕੇ ਆਪ ਨਾਲ ਆਤਮਿਕ ਸੰਬੰਧ ਪੈਦਾ ਕਰਨਾ ਚਾਹੁੰਦੀ ਹਾਂ। ਉੱਠੋ, ਸਾਵਧਾਨ ਹੋ। ਜੇ ਤੁਹਾਡਾ ਜੀ ਚਾਹੇ ਤਾਂ ਇੱਥੇ ਤਪੱਸਿਆ ਕਰੋ, ਮੈਂ ਸੇਵਾ ਕਰਾਂਗੀ, ਤੇ ਜੇ ਤੁਹਾਡਾ ਚਿੱਤ ਕਰੇ ਤਾਂ ਮੇਰੇ ਨਾਲ ਪੰਜਾਬ 'ਚ ਚੱਲੋ। ਸੰਸਾਰ ਗਰੀਬੀ ਔਰ ਪਾਪਾਂ ਦੀ ਅਗਨ 'ਚ ਸੜ ਰਿਹਾ ਹੈ। ਅਨਾਥਾਂ ਤੇ ਪਾਪਾਂ ਦੀ ਦਲਦਲ 'ਚ ਫਸਿਆਂ ਦੀ ਕਲਿਆਣ ਕਰੋ। ਮੈਂ ਆਪ ਦੀ ਸਾਥਣ ਬਣਾਂਗੀ, ਪਰ ਆਪਣੇ ਦਿਲ ਵਿੱਚੋਂ ਸਭ ਭਰਮ ਚੁਕਾ ਦਿਓ। ਮੈਂ ਅਨਾਥ ਹਾਂ, ਆਪ ਦੇ ਚਰਨਾਂ ਦਾ ਆਸਰਾ ਲੈਣ ਆਈ ਹਾਂ, ਪਰ ਕਿਸੇ ਸੰਸਾਰਕ ਇੱਛਾ ਨੂੰ ਮੁੱਖ ਰੱਖ ਕੇ ਨਹੀਂ। ਘੜੀ 'ਚ ਹੀ ਮਹਾਤਮਾ ਦਾ ਰੰਗ ਫਿਰ ਗਿਆ ਤੇ ਅੱਖਾਂ 'ਚ ਉਹੀ ਪੁਰਾਣਾ ਨੂਰ ਆ ਗਿਆ। ਉੱਠ ਕੇ ਬੈਠ ਗਏ। ਅੱਖਾਂ ਮੀਟੀਆਂ ਤਾਂ ਕੀ ਵੇਖਿਆ? ਉਹੀ ਬਾਬਾ ਪਰਮਹੰਸ ਦੀ ਤਸਵੀਰ ਹੀਰ ਦੀ ਮੂਰਤ 'ਚ ਤਬਦੀਲ ਹੁੰਦੀ ਹੈ। ਮਹਾਤਮਾ ਉੱਚੀ ਦਿੱਤੇ ਬੋਲੇ, ਹੁਣ ਮੈਨੂੰ ਅਸਲ ਭੇਦ ਸਮਝ ਆਇਆ। ਹੇ ਦੇਵੀ, ਤੂੰ ਬਾਬਾ ਪਰਮਹੰਸ ਦਾ ਹੀ ਸਰੂਪ ਹੈ। ਉਹਨਾਂ ਮੈਨੂੰ ਸਿਮਰਨ ਵੱਲ ਆਇਆ ਸੀ, ਪਰ ਸਿਮਰਨ ਸੇਵਾ ਬਿਨਾਂ ਅਧੂਰਾ ਹੈ, ਜਿਸ ਲਈ ਤੂੰ ਮੈਨੂੰ ਸੇਵਾ ਸਿਖਾਉਣ ਲਈ ਆਈ ਹੈ। ਧੰਨ ਹੈ ਤੂੰ ਦੇਵੀ, ਧੰਨ ਹੈ ਤੂੰ ਦੇਵੀ। ਇਹ ਕਹਿੰਦੇ ਕਹਿੰਦੇ ਮਹਾਤਮਾ ਨੇ ਹੀਰ ਦੇ ਪੈਰਾਂ 'ਤੇ ਸਿਰ ਰੱਖਣ ਦਾ ਯਤਨ ਕੀਤਾ, ਪਰ ਹੀਰ ਛੇਤੀ ਨਾਲ ਪਿਛਾਂਹ ਹੋ ਗਈ ਤੇ ਮਹਾਤਮਾ ਦੇ ਚਰਨਾਂ 'ਤੇ ਹੱਥ ਰੱਖ ਕੇ ਕਹਿਣ ਲੱਗੀ, ਤੁਸੀਂ ਮੈਨੂੰ ਜੀ ਦਾਨ ਬਖਸ਼ੋ। ਧੰਨਵਾਦ।